ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਚੰਡੀਗੜ੍ਹ ਸ਼ਹਿਰ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਬਹੁਤ ਪ੍ਰਿਵਿਲੇਜਡ ਯੂਨੀਵਰਸਿਟੀ ਹੈ, ਦੁਨੀਆ ਵਿੱਚ ਮਸ਼ਹੂਰ ਹੈ। ਅਤੇ ਇਸੇ ਤਰ੍ਹਾਂ ਹੀ ਇੱਕ ਇੱਥੋਂ ਦਾ ਬੜਾ ਪ੍ਰਿਵਿਲੇਜਡ ਵਿਭਾਗ ਹੈ ਸਕੂਲ ਆਫ ਪੰਜਾਬੀ ਸਟੱਡੀਜ਼। ਇਸ ਵੇਲੇ ਪੰਜਾਬੀ ਸਕੂਲ ਆਫ ਸਟੱਡੀਜ਼ ਦੇ ਨਵੇਂ ਚੇਅਰਪਰਸਨ ਡਾਕਟਰ ਸਰਬਜੀਤ ਸਿੰਘ ਹੋਰਾਂ ਨੇ ਅਹੁਦਾ ਸੰਭਾਲਿਆ ਹੈ ਹਾਲ ਹੀ ਵਿੱਚ। ਬਹੁਤ ਵਧੀਆ ਅਕਾਦਮਿਸ਼ੀਅਨ ਹਨ, ਲਿਖਦੇ ਰਹਿੰਦੇ ਹਨ, ਆਲੋਚਨਾ ਦੀਆਂ ਇਹਨਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਕੇਂਦਰੀ ਲੇਖਕ ਸਭਾ ਦੇ ਵੱਡੇ ਅਹੁਦਿਆਂ 'ਤੇ ਰਹੇ ਹਨ ਅਤੇ ਜੋ ਪ੍ਰੋਗਰੈਸਿਵ ਲੇਖਕ ਸੰਘ ਹੈ ਉਹਦੇ ਇਸ ਵੇਲੇ ਚੰਡੀਗੜ੍ਹ ਚੈਪਟਰ ਦੇ ਉਹ ਪ੍ਰਧਾਨ ਹਨ। ਸੋ ਜੋ ਇੱਕ ਲੇਖਕ ਦਾ, ਆਲੋਚਕ ਦਾ ਕਰਮ ਹੁੰਦਾ ਹੈ ਕਿ ਉਹਨਾਂ ਨੇ ਮੁਲਕ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਮਨੁੱਖ ਪੱਖੀ ਕਦਰਾਂ ਕੀਮਤਾਂ ਲਈ ਬੋਲਣਾ ਹੁੰਦਾ ਹੈ, ਖਲੋਣਾ ਹੁੰਦਾ ਹੈ। ਇਹ ਉਹਨਾਂ ਜਥੇਬੰਦੀਆਂ ਦਾ ਹਾਸਲ ਰਹੇ ਹਨ ਅਤੇ ਗਾਹੇ ਬਗਾਹੇ ਇਹ ਉਸ ਤਰ੍ਹਾਂ ਦੇ ਕੰਮਾਂ ਵਿੱਚ ਸ਼ਾਮਲ ਵੀ ਹੁੰਦੇ ਰਹੇ ਹਨ ਅਤੇ ਪੰਜਾਬੀ ਜ਼ੁਬਾਨ, ਪੰਜਾਬੀ ਭਾਸ਼ਾ ਦੇ ਵਿਸਥਾਰ ਵਿਕਾਸ ਨੂੰ ਲੈ ਕੇ ਇਹ ਵੀ ਉਨੇ ਹੀ ਚਿੰਤਤ ਹਨ। ਅਤੇ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਰਬਜੀਤ ਸਿੰਘ ਹੋਰਾਂ ਨਾਲ। ਡਾਕਟਰ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ 'ਤੇ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਇਸ ਪ੍ਰੈਸਟੀਜੀਅਸ ਸ਼ਾਨਾਮਤੀ ਯੂਨੀਵਰਸਿਟੀ ਦੇ ਇਸ ਪੰਜਾਬੀ ਨਾਲ ਸੰਬੰਧਿਤ ਵਿਭਾਗ ਦੇ ਚੇਅਰਪਰਸਨ ਬਣਨ ਦਾ ਬਹੁਤ ਮੁਬਾਰਕ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਡਾਕਟਰ ਸਾਹਿਬ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਹੁਣ ਤੱਕ ਜਿਸ ਤਰ੍ਹਾਂ ਦਾ ਸਿਆਸੀ ਰੁਝਾਨ ਰਹੇ ਹਨ ਜਾਂ ਜਿਸ ਤਰ੍ਹਾਂ ਹੁਣ ਸਿਆਸੀ ਰੁਝਾਨ ਮੁਲਕ ਵਿੱਚ ਕੀ ਪੂਰੀ ਦੁਨੀਆ ਵਿੱਚ ਬਦਲ ਰਹੇ ਹਨ, ਇਹੋ ਜਿਹੇ ਵਿੱਚ ਤੁਸੀਂ ਕੀ ਏਜੰਡਾ ਲੈ ਕੇ ਇਸ ਵਿਭਾਗ ਦੇ ਮੁਖੀ ਬਣੇ ਹੋ ਜਾਂ ਕੀ ਤੁਹਾਡੀਆਂ ਕੀ ਇੱਛਾਵਾਂ, ਖਾਹਿਸ਼ਾਂ ਸਨ ਅਤੇ ਤੁਸੀਂ ਕੀ ਚਾਹੁੰਦੇ ਸੀ ਇੱਥੇ, ਕਿ ਕਿਹੋ ਜਿਹਾ ਚੇਂਜ ਲਿਆਓਗੇ, ਕਿਹੋ ਜਿਹਾ ਫੇਰ ਬਦਲ ਲਿਆਓਗੇ ਜਾਂ ਕੀ ਜੋ ਯੂਨੀਵਰਸਿਟੀ ਵਿੱਚ ਪਹਿਲਾਂ ਚੱਲਦਾ ਰਿਹਾ ਹੈ ਉਹਦੇ ਵਿੱਚ ਹੋਰ ਬਿਹਤਰ ਕੀ ਕਰਨਾ ਚਾਹੋਗੇ? ਤਵੀ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੂਸਰਾ ਇਹ ਹੈ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਕੁਝ ਨਵਾਂ ਕਰਨਾ ਅਤੇ ਕੀ ਕੁਝ ਚੱਲ ਰਿਹਾ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਪੰਜਾਬੀ ਵਿਭਾਗ, ਜਿਵੇਂ ਤੁਸੀਂ ਵੀ ਇਹ ਗੱਲ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਹੈ ਜਿਹੜਾ ਬਹੁਤ ਪ੍ਰਤਿਸ਼ਠਾ ਵਾਲਾ ਔਰ ਬਹੁਤ ਹੀ ਇੱਜ਼ਤ ਵਾਲਾ ਇੱਕ ਵਿਭਾਗ ਆ, ਜਿਸ ਦੇ ਵੱਲ ਲਗਭਗ ਪੰਜਾਬੀ ਦੀ ਅਕਾਦਮਿਕਤਾ ਦੇ ਜਾਂ ਪੰਜਾਬੀ ਲੇਖਕਾਂ ਦੇ, ਪੰਜਾਬੀ ਆਲੋਚਕਾਂ ਦੇ ਧਿਆਨ ਦਾ ਇਹ ਕੇਂਦਰ ਬਿੰਦੂ ਰਹਿੰਦਾ, ਕਿਉਂਕਿ ਇਹਦੇ ਤੋਂ ਇਸ ਵਿਭਾਗ 'ਚ ਬਹੁਤ ਵੱਡੀਆਂ ਸ਼ਖਸੀਅਤਾਂ ਰਹੀਆਂ ਨੇ ਔਰ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਸਾਹਿਤ, ਸੱਭਿਆਚਾਰ ਅਤੇ ਸਮਾਜ ਦੇ ਵਿੱਚ ਬਣਦਾ ਰੋਲ ਹੀ ਪਲੇ ਨਹੀਂ ਕੀਤਾ, ਸਗੋਂ ਕੋਸ਼ਿਸ਼ ਕੀਤੀ ਕਿ ਉਸ ਸਮਾਜ ਨੂੰ ਜਾਂ ਸਾਹਿਤ ਨੂੰ ਜਾਂ ਸੱਭਿਆਚਾਰ ਨੂੰ ਇੱਕ ਖਾਸ ਦਿਸ਼ਾ ਵੀ ਦਿੱਤੀ ਜਾਵੇ। ਜੀ। ਸੋ ਮੈਂ ਉਸ ਵਿਭਾਗ ਦਾ ਕੱਲ੍ਹ ਹੀ ਅਜੇ ਅਹੁਦਾ ਸੰਭਾਲਿਆ ਔਰ ਮੈਨੂੰ ਜਾਤੀ ਤੌਰ 'ਤੇ ਖੁਸ਼ੀ ਇਸ ਗੱਲ ਦੀ ਹੈ ਕਿ ਕਿਉਂਕਿ ਮੈਂ ਇਸ ਵਿਭਾਗ ਦਾ ਵਿਦਿਆਰਥੀ ਰਿਹਾ ਜੀ ਔਰ ਡਾਕਟਰ ਅਤਰ ਸਿੰਘ ਵਰਗੀਆਂ ਸ਼ਖਸੀਅਤਾਂ, ਡਾਕਟਰ ਕੇਸਰ ਸਿੰਘ ਕੇਸਰ ਵਰਗੀਆਂ ਸ਼ਖਸੀਅਤਾਂ ਦਾ ਮੈਂ ਵਿਦਿਆਰਥੀ ਰਿਹਾ, ਉਹਨਾਂ ਨਾਲ ਐਮਫਿਲ ਅਤੇ PhD ਵਰਗੀਆਂ ਡਿਗਰੀਆਂ ਕੀਤੀਆਂ ਔਰ ਉਹਨਾਂ ਦੇ ਕੰਮ ਤੋਂ ਵੀ ਮੈਂ ਬਹੁਤ ਮੁਤਾਸਰ ਰਿਹਾ ਔਰ ਕੋਸ਼ਿਸ਼ ਕਰਦੇ ਰਹੇ ਤਾ ਉਮਰ, ਹੁਣ 30 ਸਾਲ ਹੋ ਗਏ ਮੈਨੂੰ ਵੀ ਪੜ੍ਹਾਉਂਦਿਆਂ ਨੂੰ, ਕਿ ਉਸ ਕਿਸਮ ਦੇ ਅਧਿਆਪਕ ਬਣ ਸਕੀਏ ਜਾਂ ਉਸ ਕਿਸਮ ਦੀ ਸ਼ਖਸੀਅਤ ਬਣਨ ਭਾਵਨਾ ਸੀ ਕਿ ਉਸ ਕਿਸਮ ਦਾ ਕੁਝ ਹੋਵੇ ਸੀ ਜੀ। ਦੂਜੀ ਇਹ ਤਾਂ ਜਾਤੀ ਤੌਰ 'ਤੇ ਸੀ। ਜਿਹੜੀ ਗੱਲ ਤੁਸੀਂ ਵਿਭਾਗ ਦੀ ਕੀਤੀ ਹੈ, ਇਸ ਵਿਭਾਗ ਦੀਆਂ ਬਹੁਤ ਸਾਰੀਆਂ ਰਿਚ ਟ੍ਰੈਡੀਸ਼ਨਸ ਵੀ ਨੇ ਜੀ। ਮੈਂ ਉਹ ਟ੍ਰੈਡੀਸ਼ਨ ਦੀ ਜੇ ਗੱਲ ਕਰਾਂ ਕਿ ਹੋ ਸਕਦਾ ਕਿਸੇ ਇੱਕ ਅੱਧ ਚੇਅਰਮੈਨ ਦੇ ਦੌਰ ਦੇ ਵਿੱਚ ਉਹ ਸਰਗਰਮੀਆਂ ਉਵੇਂ ਨਾ ਹੋਈਆਂ ਹੋਣ, ਨਹੀਂ ਤਾਂ ਲਗਾਤਾਰ ਹਰ ਚੇਅਰਮੈਨ ਦੇ ਕਾਰਜਕਾਲ ਦੇ ਵਿੱਚ ਲਗਾਤਾਰ ਸੈਮੀਨਾਰਾਂ ਦਾ ਹੋਣਾ, ਲਗਾਤਾਰ ਇਸ ਵਿਭਾਗ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਦਾ ਆਉਣਾ ਅਤੇ ਉਹਨਾਂ ਦਾ ਵਿਦਿਆਰਥੀਆਂ ਦੇ ਉਹਨਾਂ ਨੂੰ ਰੂਬਰੂ ਕਰਨਾ ਔਰ ਇਸ ਤੋਂ ਬਿਨਾਂ ਪੰਜਾਬੀ ਵਿਭਾਗ ਵੱਲੋਂ ਛਾਪਿਆ ਜਾਂਦਾ ਜਿਹੜਾ ਮੈਗਜ਼ੀਨ ਪਰਖ ਆ, ਇਹ ਕਿਸੇ ਸਮੇਂ ਕੁਝ ਪ੍ਰੋਬਲਮਾਂ ਕਰਕੇ ਇਹਦੇ ਵਿੱਚ ਰੁਕਾਵਟਾਂ ਆ ਗਈਆਂ ਸਨ, ਪਰ ਡਾਕਟਰ ਸੁਖਦੇਵ ਸਿੰਘ ਹੋਰਾਂ ਦੇ ਵੇਲੇ ਜਾ ਕੇ ਦੁਬਾਰਾ ਉਹ ਮੈਗਜ਼ੀਨ ਰਿਵਾਈਵ ਹੋਇਆ ਜੀ ਔਰ ਡਾਕਟਰ ਜੋਗਰਾਜ ਹੋਰਾਂ ਵੇਲੇ ਇਸ ਨੂੰ ਪੱਕੇ ਪੈਰੀ ਕਰਨ ਦਾ ਯਤਨ ਕੀਤਾ ਗਿਆ ਔਰ ਇਹਦਾ ਇੱਕ ਸਪੈਸ਼ਲ ਬਜਟ ਆ ਜਿਹੜਾ ਯੂਨੀਵਰਸਿਟੀ ਦੇ ਬਜਟ 'ਚੋਂ ਰੱਖਿਆ ਗਿਆ। ਹੁਣ ਇਹ ਲਗਾਤਾਰ ਮੈਗਜ਼ੀਨ ਨਿਕਲ ਰਿਹਾ। ਮੈਂ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ ਕਿ ਪਿਛਲੇ ਸਮੇਂ 'ਚ
ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਉੱਤੇ ਪੰਜਾਬੀ ਵਿਭਾਗ ਨੇ ਬਾਈਲਿੰਗੁਅਲ ਬਹੁਤ ਖੂਬਸੂਰਤ ਇਹਦੇ 'ਚ ਲੇਖ, ਇਹਦੇ 'ਚ ਉਹ ਵੀ ਲੇਖ ਨੇ ਜਦੋਂ ਇਹ ਮੈਗਜ਼ੀਨ ਸ਼ੁਰੂ ਹੋਇਆ ਸੀ ਉਹਦੇ ਵੀ ਅਸੀਂ ਇਹਦੇ 'ਚ ਕੁਝ ਪੀਸ ਦਿੱਤੇ ਅਤੇ ਨਵੇਂ ਚਿੰਤਨ ਦੇ ਦ੍ਰਿਸ਼ਟੀਕੋਣ ਤੋਂ ਵੀ ਇਸ ਦੇ ਵਿੱਚ ਬਹੁਤ ਸਾਰੇ ਆਰਟੀਕਲ ਨੇ ਔਰ ਲਗਭਗ ਸਾਡੇ ਕੋਲ ਕੁਝ ਕਾਪੀਆਂ ਨੇ। ਇਹ ਬਹੁਤ ਵੱਡੀ ਪੱਧਰ 'ਤੇ ਡਿਸਟਰੀਬਿਊਟ ਵੀ ਹੈ। ਇੱਕ ਤਾਂ ਜਿਹੜਾ ਮੈਨੂੰ ਤੁਸੀਂ ਸਵਾਲ ਕੀਤਾ ਕਿ ਕੀ ਕਰਨਾ, ਮੇਰੇ ਆਪਣੇ ਕੰਮਾਂ ਦੀ ਤਰਜੀਹ ਵਿੱਚ ਇਹ ਹੋਵੇਗਾ ਜੀ ਕਿ ਇਹ ਮੈਗਜ਼ੀਨ ਜਿਹੜਾ ਬਾਈਲਿੰਗੁਅਲ ਹੁੰਦਾ ਸੀ, ਇਸ ਜਿਹੜਾ ਅੰਕ ਅਸੀਂ ਹੁਣ ਛਾਪ ਰਹੇ ਹਾਂ ਇਹ 3 ਲੈਂਗੁਏਜਸ ਅਸੀਂ ਕਰ ਦਿੱਤੀਆਂ ਨੇ। ਇਹਦੇ 'ਚ ਹੁਣ ਅਸੀਂ ਹਿੰਦੀ ਵੀ ਇੰਟਰੋਡਿਊਸ ਕਰ ਲਿਆ, ਕਿਸੇ ਸਮੇਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਨਾਲੋਂ ਨਾਲ ਛਪਦਾ ਸੀ। ਇੱਕ ਤਾਂ ਮੇਰੀ ਤਰਜੀਹ ਇਹ ਹੋਵੇਗੀ ਕਿ ਇਸ ਮੈਗਜ਼ੀਨ ਦੇ ਰਾਹੀਂ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਾਸ ਕਰਕੇ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਵਿੱਚ ਖੋਜ ਹੁੰਦੀ ਆ, ਉਸ ਨੂੰ ਇਸ ਮੈਗਜ਼ੀਨ ਦੇ ਰਾਹੀਂ ਅਸੀਂ ਲੋਕਾਂ ਤੱਕ ਲੈ ਕੇ ਜਾਈਏ। ਕਿਉਂਕਿ ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਉਸ ਖੋਜ ਦਾ ਕੋਈ ਅਰਥ ਨਹੀਂ ਜਿਹੜੀ ਖੋਜ ਕਰਨ ਤੋਂ ਬਾਅਦ ਕਿਤਾਬਾਂ ਜਾਂ ਥੀਸਿਸਾਂ 'ਚ ਬੰਦ ਹੋ ਕੇ ਲਾਇਬ੍ਰੇਰੀਆਂ 'ਚ ਤੱਕ ਸੀਮਤ ਰਹਿ ਜਾਂਦੀ ਹੈ। ਲਾਇਬ੍ਰੇਰੀ 'ਚ ਵਿਦਿਆਰਥੀ ਜਾਂਦੇ ਪਰ ਸਾਰੇ ਲੋਕ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਨਹੀਂ ਆ ਸਕਦੇ। ਬਿਲਕੁਲ। ਇਸ ਕਰਕੇ ਅਸੀਂ ਇਸ ਦੇ ਵਿੱਚੋਂ ਕੋਸ਼ਿਸ਼ ਇਹ ਆ ਕਿ ਜਿਹੜਾ ਵੀ ਥੀਸਿਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਪਾਸ ਹੋਇਆ ਕਰੇਗਾ, ਅਸੀਂ ਉਸ ਵਿਦਿਆਰਥੀ ਤੋਂ ਉਸ ਖੋਜ ਦੇ ਆਧਾਰ 'ਤੇ 15 ਤੋਂ 20 ਪੇਜ ਦਾ ਰਿਸਰਚ ਆਰਟੀਕਲ ਲਿਖਾ ਕੇ ਇਸ ਵਿੱਚ ਲਾਇਆ ਕਰਾਂਗੇ ਤਾਂ ਕਿ ਡਿਪਾਰਟਮੈਂਟ 'ਚ ਹੋਈ ਖੋਜ ਸਾਡੇ ਲੇਖਕਾਂ ਤੱਕ, ਆਲੋਚਕਾਂ ਤੱਕ, ਆਮ ਪਾਠਕਾਂ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਸੱਭਿਆਚਾਰ ਜਾਂ ਪੰਜਾਬੀ ਸਮਾਜ ਨਾਲ, ਪੰਜਾਬੀ ਚਿੰਤਨ ਨਾਲ, ਦੁਨੀਆਦਾਰੀ ਨਾਲ ਸੰਬੰਧਿਤ ਜੋ ਕੰਮ ਹੋ ਰਿਹਾ ਸਾਡੇ ਇਸ ਸਮਾਜ ਦੇ ਕਿੰਨਾ ਲਾਹੇਵੰਦ ਔਰ ਕਿੰਨਾ ਉਸ ਨੂੰ ਫਾਇਦਾ ਦੇ ਸਕਦਾ। ਜੀ, ਤੁਸੀਂ ਕੁਝ ਗੱਲ ਤਾਂ ਆਪਣੇ ਆਪ ਹੀ ਖੁਲਾਸਾ ਕਰ ਦਿੱਤਾ ਹੈ ਤੇ ਮੇਰਾ ਆਪਣਾ ਸਵਾਲ ਵੀ ਸੀ ਉਹ ਥੋੜਾ ਜਿਹਾ ਮੈਂ ਵਿਸਥਾਰ 'ਚ ਉਹਦਾ ਜਵਾਬ ਜਾਣਨਾ ਚਾਹਾਂਗੀ ਕਿ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਯੂਨੀਵਰਸਿਟੀਆਂ ਦੀ ਜਿਹੜੀ ਖਾਸ ਕਰਕੇ ਭਾਸ਼ਾਵਾਂ ਵਾਲੇ ਵਿਭਾਗ ਹੁੰਦੇ ਨੇ, ਭਾਸ਼ਾਵਾਂ ਦੇ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ, ਉਹਨਾਂ ਦਾ ਜਿਹੜੇ ਖੋਜ ਕਾਰਜ ਨੇ ਜਾਂ ਉਹਨਾਂ ਦਾ ਜਿਹੜਾ ਬਹੁਤਾ ਕੰਮ ਹੈ ਉਹ ਔਖੀ ਭਾਸ਼ਾ ਵਿੱਚ ਹੁੰਦਾ। ਮੰਨਣਯੋਗ ਹੈ ਕਿ ਉਹ ਕਿਉਂਕਿ ਖੋਜ ਵਾਲੀ ਭਾਸ਼ਾ ਹੁੰਦੀ ਹੈ, ਕੁਛ ਭਾਸ਼ਾ ਕਿਤਾਬੀ ਜਾਂ ਬਿਲਕੁਲ ਟਕਸਾਲੀ ਰੱਖਣੀ ਹੁੰਦੀ ਹੈ, ਪਰ ਉਹ ਆਮ ਲੋਕਾਂ ਤੱਕ ਤੇ ਆਮ ਲੋਕਾਂ ਦੇ ਦੁੱਖਾਂ ਦੀ ਦਾਰੂ ਕਿਵੇਂ ਬਣੇ, ਇਹ ਵਿਭਾਗ ਤੁਸੀਂ ਇਹਦੇ ਲਈ ਕੀ ਉਪਰਾਲਾ ਕਰੋਗੇ ਕਿ ਲੋਕਾਂ ਦੀ ਗੱਲ ਹੋ ਸਕੇ ਤੇ ਲੋਕਾਂ ਦੀ ਗੱਲ ਫਿਰ ਉਹ ਇੱਥੇ ਹੋ ਕੇ, ਇੱਥੇ ਉਹਦਾ ਚਰਚਾ ਹੋ ਕੇ ਉਹ ਲੋਕਾਂ ਤੱਕ ਜ਼ਰੂਰ ਪਹੁੰਚੇ ਕਿ ਯੂਨੀਵਰਸਿਟੀ ਦਾ ਇੱਕ ਵਿਭਾਗ ਹੈ, ਚੰਡੀਗੜ੍ਹ ਦੀ ਏਡੀ ਸ਼ਾਨਾਮਤੀ ਯੂਨੀਵਰਸਿਟੀ ਦਾ ਇੱਕ ਵਿਭਾਗ ਹੈ ਜੋ ਆਮ ਲੋਕਾਂ ਦੀ ਗੱਲ ਕਰ ਰਿਹਾ, ਆਮ ਲੋਕਾਂ ਦੇ ਮਸਲੇ ਉਠਾ ਰਿਹਾ। ਇਹ ਤਾਲਮੇਲ ਕਿਸ ਤਰ੍ਹਾਂ ਬਿਠਾਓਗੇ ਤੁਸੀਂ? ਉਹ ਤਾਲਮੇਲ 'ਚ ਅਸੀਂ ਪਹਿਲੇ ਅੰਕਾਂ ਦੇ ਵਿੱਚ ਵੀ ਇਹ ਕੋਸ਼ਿਸ਼ ਕਰਦੇ ਰਹੇ ਹਾਂ, ਹੁਣ ਉਸ ਕੋਸ਼ਿਸ਼ ਨੂੰ ਹੋਰ ਤੇਜ਼ ਕਰਾਂਗੇ। ਉਹਦੇ ਲਈ ਇਹ ਆ ਜਿਹੜੀ ਗੱਲ ਦਵੀ ਜੀ ਤੁਸੀਂ ਕੀਤੀ ਆ, ਉਹਦੇ 'ਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਕਈ ਵਾਰੀ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਜਿਵੇਂ ਪੰਜਾਬੀ ਦੇ ਅਧਿਆਪਕ ਜਾਂ ਆਲੋਚਕ ਜਾਣਬੁੱਝ ਕੇ ਭਾਸ਼ਾ ਨੂੰ ਔਖੀ ਕਰ ਰਹੇ ਆ। ਇਹ ਕੀਤੀ ਵੀ ਗਈ ਕਿਸੇ ਸਮੇਂ, ਪਰ ਮੈਂ ਉਹਦੀਆਂ ਨਾ ਦੋ ਛੋਟੇ ਕਾਰਨ ਦੱਸਣੇ ਚਾਹੁੰਦਾ ਤਾਂ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ। ਇੱਕ ਕਾਰਨ ਤਾਂ ਉਹਦਾ ਇਹ ਸੀ ਦਵੀ ਜੀ ਕਿ 47 ਦੀ ਵੰਡ ਤੋਂ ਬਾਅਦ ਜਿਹੜਾ ਪਾਕਿਸਤਾਨ ਦੇ ਨਾਲੋਂ ਪੰਜਾਬ ਦਾ ਵੱਖਰਾ ਹੋ ਜਾਣਾ ਸੀ, ਪੰਜਾਬੀ ਭਾਸ਼ਾ ਦੀ ਨੇੜਤਾ ਉਰਦੂ ਜ਼ਬਾਨ ਦੇ ਨਾਲ ਸੀ। ਉਰਦੂ ਜ਼ਬਾਨ ਦਾ ਸਾਡੇ ਜੀਵਨ ਨਾਲ ਬਹੁਤ ਨੇੜਤਾ ਦਾ ਸੰਬੰਧ ਸੀ। ਇਸ ਕਰਕੇ ਕਿਸੇ ਭਾਸ਼ਾ ਨੇ ਜਦੋਂ ਕਿਸੇ ਦੂਸਰੀ ਭਾਸ਼ਾ ਤੋਂ ਸ਼ਬਦ ਲੈਣੇ ਹੁੰਦੇ ਸੀ ਤਾਂ ਸਾਡਾ ਬਹੁਤਾ ਜਿਹੜਾ ਵਹਾਅ ਸੀ ਉਹ ਉਰਦੂ ਵੱਲ ਸੀ। 47 ਤੋਂ ਬਾਅਦ ਉਰਦੂ ਨਾਲੋਂ ਸਾਡਾ ਇੱਕ ਨਾਤਾ ਟੁੱਟ ਗਿਆ। ਸਾਨੂੰ ਪੰਜਾਬੀਆਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ। ਉਹ ਨਾਤਾ ਟੁੱਟਣ ਕਰਕੇ ਫਿਰ ਸਾਨੂੰ ਜਦੋਂ ਕਿਸੇ ਦੂਸਰੀ ਭਾਸ਼ਾ 'ਚੋਂ ਸ਼ਬਦ ਲੈਣੇ ਪਏ ਤਾਂ ਸਾਡਾ ਜਿਹੜਾ ਵਹਾਅ ਉਹ ਹਿੰਦੀ ਤੇ ਸੰਸਕ੍ਰਿਤ ਵੱਲ ਹੋ ਗਿਆ। ਉਹ ਹਿੰਦੀ ਤਾਂ ਫਿਰ ਸੰਸਕ੍ਰਿਤ ਆ ਜਿਹੜੀ ਉਹ ਐਕਚੁਅਲੀ ਲੋਕ ਜ਼ੁਬਾਨ ਨਾ ਹੋਣ ਕਰਕੇ ਉਹਦੇ ਜਦੋਂ ਸ਼ਬਦ ਵਰਤੇ ਜਾਂਦੇ ਆ ਤਾਂ ਉਹ 'ਚ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹ ਆ ਜਾਂਦਾ। ਇਹ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਆਇਆ, ਮੈਨੂੰ ਆਪ ਉਸ ਦਾ ਤਿੱਖਾ ਅਹਿਸਾਸ ਆ ਔਰ ਮੈਂ ਚਾਹੁੰਦਾ ਕਿ ਇਹ ਗੱਲ ਹੋਣੀ ਨਹੀਂ ਚਾਹੀਦੀ, ਪਰ ਕਿਉਂਕਿ ਇੱਕ ਹਾਲਾਤ ਦੇ ਵਿੱਚੋਂ ਕਈ ਚੀਜ਼ਾਂ ਡਿਟਰਮਨ ਹੁੰਦੀਆਂ ਨੇ, ਉਹ 'ਚ ਨਾ ਤੁਸੀਂ ਨਾ ਮੈਂ ਇੰਡੀਵਿਜੂਅਲ ਕਈ ਵਾਰੀ ਉਹ ਨਹੀਂ ਕਰਦੇ। ਇੱਕ ਤਾਂ ਇਹ ਗੱਲ ਹੈ। ਦੂਜੀ ਜਿਹੜੀ ਗੱਲ ਕੀਤੀ ਹੈ ਕਿ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਕਿਵੇਂ ਤਾਲਮੇਲ ਕੀਤਾ ਜਾਏਗਾ, ਉਹਦੇ ਲਈ ਸਾਡੇ ਕੋਲੇ 2 ਕਾਰਨ ਨੇ, ਦੋ ਸਾਡੇ ਕੋਲੇ ਸਾਧਨ ਨੇ। ਇੱਕ ਸਾਧਨ ਸਾਡੇ ਕੋਲੇ ਪਰਖ ਆ।
ਪਰਖ ਬਿਨਾਂ ਸ਼ੱਕ ਖੋਜ ਬੁਲੇਟਿਨ ਆ, ਰਿਸਰਚ ਬੁਲੇਟਿਨ ਆ, ਪਰ ਰਿਸਰਚ ਬੁਲੇਟਿਨ ਨੂੰ ਅਸੀਂ ਸਿਰਫ ਇਸ ਕਿਸਮ ਦੀ ਰਿਸਰਚ ਉੱਤੇ ਕੇਂਦਰਿਤ ਨਹੀਂ ਕਰਾਂਗੇ। ਅਸੀਂ ਉਸ ਰਿਸਰਚ ਵੱਲ ਜਾਵਾਂਗੇ ਜਿਹੜੀ ਲੋਕਾਂ ਨਾਲ ਜੁੜੀਆਂ। ਮਿਸਾਲ ਦੇ ਤੌਰ ਤੇ ਪੰਜਾਬੀ ਭਾਸ਼ਾ ਦਾ ਮਸਲਾ ਜੀ, ਤਾਂ ਆਪਾਂ ਬੈਠੇ ਗੱਲ ਕਰ ਲਏ ਸੀ, ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਹੈ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀਆਂ ਭਾਰਤੀ ਭਾਸ਼ਾਵਾਂ ਨੇ ਉਹਨਾਂ ਦਾ ਕੀ ਸਥਾਨ ਹੋਏਗਾ, ਉਹਨਾਂ ਦਾ ਕੀ ਮਹੱਤਵ ਹੋਏਗਾ, ਉਹ ਕਿੰਨੀਆਂ ਕੁ ਤਾਕਤਵਰ ਆਉਣ ਵਾਲੇ ਸਮੇਂ 'ਚ ਜਾਂ ਇਸ ਐਜੂਕੇਸ਼ਨ ਪਾਲਿਸੀ 'ਚ ਬਣਨਗੀਆਂ। ਇਹ ਇਸ ਕਿਸਮ ਦੇ ਇਸ਼ੂ ਦੇ ਉੱਤੇ ਜਦੋਂ ਅਸੀਂ ਇਹਦੇ ਵਿੱਚ ਖੋਜ ਦੀ ਪੱਧਰ 'ਤੇ ਲੇਖ ਵੀ ਛਾਪਾਂਗੇ, ਹੋਰ ਕੰਮ ਕਰਾਂਗੇ, ਤਾਂ ਅਸੀਂ ਆਪਣੇ ਲੋਕਾਂ ਨਾਲ ਸਾਂਝ ਪੈਦਾ ਕਰਨ ਦਾ ਇੱਕ ਜਿਹੜਾ ਮਾਧਿਅਮ ਆ ਉਹ ਇਸ ਮੈਗਜ਼ੀਨ ਰਾਹੀਂ ਕਰਾਂਗੇ। ਇੱਕ ਤਾਂ ਜੀ, ਮੇਰੀ ਗੱਲ ਲੰਮੀ ਹੋ ਗਈ ਪਰ ਮੈਨੂੰ ਕਰਨੀ ਚਾਹੀਦੀ ਆ। ਨਹੀਂ, ਸਾਨੂੰ ਜ਼ਰੂਰ ਦੱਸੋ। ਹਾਂਜੀ, ਦੂਜੀ ਇਹ ਆ ਕਿ ਅਸੀਂ ਇਮੀਡੀਏਟਲੀ ਵੈਬੀਨਾਰ ਸ਼ੁਰੂ ਕਰਨ ਜਾ ਰਹੇ ਹਾਂ 8 ਤਾਰੀਖ ਤੋਂ। ਹਰ ਹਫ਼ਤੇ ਨਹੀਂ ਕਰਾਂਗੇ ਤਾਂ 15 ਦਿਨ ਬਾਅਦ ਅਸੀਂ ਜ਼ਰੂਰ ਕਰਾਂਗੇ। ਅਸੀਂ ਵੈਬੀਨਾਰ ਆ ਜਿਹੜਾ ਇਹ ਪਹਿਲਾਂ ਅਸੀਂ ਐਜੂਕੇਸ਼ਨ ਪਾਲਿਸੀ ਦੇ ਨਾਲ, ਕਿਉਂਕਿ ਸਾਡੀ ਯੂਨੀਵਰਸਿਟੀ ਦਾ ਵੀ ਆ ਕਿ ਐਜੂਕੇਸ਼ਨ ਪਾਲਿਸੀ ਦੇ ਉੱਤੇ ਵੱਧ ਤੋਂ ਵੱਧ ਡਿਬੇਟ ਹੋਵੇ, ਡਿਸਕਸ਼ਨ ਹੋਵੇ, ਸਪਸ਼ਟੀਕਰਨ ਹੋਵੇ, ਅਤੇ ਸਾਨੂੰ ਪਤਾ ਹੋਣਾ ਚਾਹੀਦਾ। ਸਾਨੂੰ ਤਾਂ ਖਾਸ ਕਰਕੇ ਹੀ ਹੋਣਾ ਚਾਹੀਦਾ ਕਿਉਂਕਿ ਅਸੀਂ ਐਜੂਕੇਸ਼ਨ ਨਾਲ ਜੁੜੇ ਹਾਂ। ਪਰ ਜਿਹੜੇ ਐਜੂਕੇਸ਼ਨ ਨਾਲ ਨਹੀਂ ਜੁੜੇ, ਮਾਂ-ਬਾਪ ਨਹੀਂ ਜੁੜੇ, ਲੇਕਿਨ ਉਹਨਾਂ ਦੇ ਬੱਚੇ ਐਜੂਕੇਸ਼ਨ ਦੇ ਵਿੱਚ ਆਉਣਗੇ, ਘੱਟੋ ਘੱਟ ਉਹਨਾਂ ਨੂੰ ਇਹ ਤਾਂ ਪਤਾ ਲੱਗੇ ਵੀ ਇਹਦੇ ਵਿੱਚ ਕਿਹੜੇ ਸਬਜੈਕਟ ਦਾ ਕੀ ਰੋਲ ਹੋਏਗਾ, ਕਿਹੜਾ ਸਬਜੈਕਟ ਆ ਜਿਹੜਾ ਅੱਗੇ ਜਾ ਕੇ ਰੁਜ਼ਗਾਰ ਨਾਲ ਜੁੜੇਗਾ, ਕੀ ਇਹ ਵਿਅਕਤੀ ਦੀ ਪੂਰੀ ਸ਼ਖਸੀਅਤ ਦਾ ਵਿਕਾਸ ਕਰਨ ਵਾਲੀ ਆ ਜਾਂ ਇਹ ਕਾਰਪੋਰੇਟ ਸੈਕਟਰ ਦੇ ਵਿੱਚ ਜਾ ਵੜ ਕੇ ਕਿਤੇ ਨੁਕਸਾਨ ਕਰਨ ਵਾਲੀ ਨਾ ਹੋਵੇ। ਅਸੀਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਵਿਭਾਗ ਦੇ ਵਿੱਚ ਆਉਣ ਵਾਲੇ ਸਮੇਂ 'ਚ ਸ਼ੁਰੂ ਕਰਕੇ ਉਹ ਲੋਕਾਂ ਤੱਕ ਲਿਜਾ ਰਹੇ ਹਾਂ। ਅਸੀਂ ਆ ਜਿਹੜੇ ਇਹ ਗੂਗਲ ਸੈਮੀਨਾਰ ਕਰਾਂਗੇ, ਵੈਬੀਨਾਰ, ਇਹਦੇ 'ਚ ਸਾਡੇ ਤਾਂ ਆਪਣੇ ਸਟੂਡੈਂਟ ਹੋਣਗੇ ਕਿਉਂਕਿ ਮੈਂ ਲੇਖਕ ਸੁਭਾਵਾਂ ਨਾਲ ਜੁੜਿਆ ਰਿਹਾ, ਸੰਸਥਾਵਾਂ ਨਾਲ ਜੁੜਿਆ, ਔਰ ਸਾਡਾ ਯਤਨ ਹੋਏਗਾ ਕਿ ਵੱਧ ਤੋਂ ਵੱਧ ਲੇਖਕ ਤੇ ਆਮ ਲੋਕ ਆ ਜਿਹੜੇ ਇਹਨਾਂ ਸੈਮੀਨਾਰਾਂ ਦੇ ਨਾਲ ਜੁੜਨ ਤੇ ਸਾਡੀ ਗੱਲ ਉਹਨਾਂ ਤੱਕ ਪਹੁੰਚੇ। ਹਾਂ, ਤੁਸੀਂ ਤੁਹਾਡੀ ਹੀ ਗੱਲਾਂ ਵਿੱਚੋਂ, ਤੁਹਾਡੇ ਜਵਾਬਾਂ ਵਿੱਚੋਂ ਹੀ ਮੈਂ ਇੱਕ ਹੋਰ ਸਵਾਲ ਮੇਰੇ ਮਨ 'ਚ ਆ ਰਿਹਾ, ਜ਼ਿਹਨ 'ਚ ਆ ਰਿਹਾ ਕਿ ਇਹ ਰੁਜ਼ਗਾਰ ਦੀ ਭਾਸ਼ਾ, ਜਿਸ ਤਰ੍ਹਾਂ ਹੁਣ ਪਿੰਡ ਤੱਕ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹੇ ਨੇ, ਪੰਜਾਬ ਸਰਕਾਰ ਨੇ ਵੀ ਉਪਰਾਲਾ ਕੀਤਾ ਸੀ ਜੀ, ਤੇ ਕੀ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਰਹੇਗੀ ਜਾਂ ਰਹਿ ਸਕਦੀ ਹੈ? ਤੇ ਕਿੰਨੇ ਕੁ ਵਿਦਿਆਰਥੀ, ਕੀ ਵਿਦਿਆਰਥੀਆਂ ਦੀ ਗਿਣਤੀ ਪੰਜਾਬੀ ਪੜ੍ਹਨ ਵਾਲਿਆਂ ਦੀ ਘਟ ਰਹੀ ਹੈ ਜਾਂ ਅਧਿਆਪਕਾਂ ਦੀ ਗਿਣਤੀ ਜੀ ਪੰਜਾਬੀ ਪੜ੍ਹਾਉਣ ਵਾਲਿਆਂ ਦੀ? ਕਿਉਂਕਿ ਜੇ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਗਿਣਤੀ ਠੀਕ ਠਾਕ ਰਹੇਗੀ, ਦਿਲ ਲੱਗਦੀ ਰਹੇਗੀ ਕਿ ਠੀਕ ਠਾਕ ਚੰਗੀ ਗਿਣਤੀ ਹੈ ਅਧਿਆਪਕਾਂ ਦੀ, ਤਾਂ ਤੇ ਸੁਭਾਵਿਕ ਹੈ ਕਿ ਵਿਦਿਆਰਥੀ ਵੀ ਪੰਜਾਬੀ ਪੜ੍ਹਨਗੇ ਕਿ ਅਸੀਂ ਪੰਜਾਬੀ ਦੇ ਅਧਿਆਪਕ ਲੱਗੀਏ ਜਾਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਾਉਣ ਲੱਗੀਏ। ਤੇ ਇਹ ਰੁਜ਼ਗਾਰ ਨਾਲ ਕਿਸ ਤਰ੍ਹਾਂ ਜੁੜੇ ਰਹਿਣ ਵਿਭਾਗ? ਇਹਦੇ ਲਈ ਦਵੀ ਜੀ ਤੁਹਾਨੂੰ ਤਾਂ ਇਹਨਾਂ ਗੱਲਾਂ ਬਾਰੇ ਪਤਾ, ਕਿਉਂਕਿ ਪੱਤਰਕਾਰੀ ਨਾਲ ਜੁੜੇ ਹੋਏ ਹਾਂ ਤੇ ਮੈਂ ਲੇਖਕ ਸਭਾਵਾਂ ਦੇ ਨਾਲ ਜੁੜਿਆ ਰਹਿਣ ਕਰਕੇ ਜੀ ਅਸੀਂ ਲਗਾਤਾਰ ਕੇਂਦਰੀ ਸਭਾ 'ਚ ਇੱਕ ਡਿਬੇਟ ਖੜੀ ਕੀਤੀ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਆ, ਇਕੱਲੀ ਪੰਜਾਬੀ ਭਾਸ਼ਾ ਨਹੀਂ, ਦੁਨੀਆ ਦੀ ਕੋਈ ਵੀ ਭਾਸ਼ਾ ਉਹ ਜਿਉਂਦੀ ਤਾਂ ਰਹੇਗੀ, ਉਹ ਵਿਕਾਸ ਤਾਂ ਕਰ ਪਾਏਗੀ ਜੇਕਰ ਉਹ ਰੁਜ਼ਗਾਰ ਦੀ ਭਾਸ਼ਾ ਬਣੇਗੀ। ਇੱਕ ਸਵਾਲ ਹੈ ਜੀ, ਪਰ ਸਾਡੇ ਇੱਕ ਮਿੱਥ ਇਸ ਕਿਸਮ ਦੀ ਬਣਾਤੀ ਹੈ ਕਿ ਅੰਗਰੇਜ਼ੀ ਹੀ ਰੁਜ਼ਗਾਰ ਦੀ ਭਾਸ਼ਾ। ਸਰਕਾਰਾਂ ਵੀ ਉਸ ਕਿਸਮ ਦੀਆਂ ਪਾਲਿਸੀਆਂ ਬਣਾਉਂਦੀਆਂ, ਆਪਾਂ ਲਗਾਤਾਰ ਉਹਦੇ 'ਤੇ ਡਿਬੇਟ ਕਰਦੇ ਹਾਂ, ਜਿਹੜੀ ਕਿ ਸਾਡੇ ਸਾਰਿਆਂ ਲਈ ਬੜੀ ਬਦਕਿਸਮਤੀ ਵਾਲੀ ਗੱਲ ਆ ਹਿੰਦੁਸਤਾਨ ਦੇ ਵਿੱਚ। ਬਿਲਕੁਲ ਇਸ ਕਰਕੇ ਬਦਕਿਸਮਤੀ ਦੀ ਗੱਲ ਆ ਕਿ ਕੋਈ ਵੀ ਭਾਸ਼ਾ ਜਿਹੜੀ ਆ ਉਹ ਆਪਣੇ ਆਪ 'ਚ ਪੂਰਨ ਤੌਰ 'ਤੇ ਸਮਰੱਥ ਹੁੰਦੀ ਆ। ਤੁਸੀਂ ਦੇਖੋਗੇ ਕਿ ਜਿਨ੍ਹਾਂ ਮੁਲਕਾਂ ਨੇ ਹੁਣ ਤੱਕ ਵਿਕਾਸ ਕੀਤਾ ਉਹਨਾਂ ਨੇ ਆਪਣੀ ਭਾਸ਼ਾ ਰਾਹੀਂ ਹੀ ਕੀਤਾ। ਜਾਪਾਨ ਲੈ ਲਓ, ਜਰਮਨ ਲੈ ਲਓ, ਫਰਾਂਸ ਲੈ ਲਓ, ਚਾਈਨਾ ਲੈ ਲਓ, ਸਪੇਨ ਲੈ ਲਓ, ਕਿੰਨੇ ਸਾਰੇ ਮੁਲਕ ਆ ਜਿਨ੍ਹਾਂ ਨੇ ਆਪਣੀ ਜ਼ੁਬਾਨ ਰਾਹੀਂ ਕੀਤਾ। ਕਿਉਂਕਿ ਅੰਗਰੇਜ਼ੀ ਅਸੀਂ ਅੰਗਰੇਜ਼ਾਂ ਦੇ ਅਧੀਨ ਰਹੇ, ਅੰਗਰੇਜ਼ਾਂ ਦੀ ਤਾਂ ਆਪਣੀ ਜ਼ੁਬਾਨ ਸੀ, ਉਹ ਸਾਡੀ ਗੁਲਾਮੀ ਦਾ ਹਿੱਸਾ ਬਣਾ ਦਿੱਤੀ ਗਈ। ਹੁਣ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਹੋ ਗਏ ਹਾਂ, ਔਰ ਇਹ ਪ੍ਰਚਾਰਿਆ ਜਾ ਰਿਹਾ ਕਿ ਦੁਨੀਆ ਦੇ ਵਿੱਚ ਜੇ ਤੁਹਾਨੂੰ ਅੰਗਰੇਜ਼ੀ ਭਾਸ਼ਾ ਹੀ ਰੁਜ਼ਗਾਰ ਦੇ ਸਕਦੀ ਹੈ, ਬਾਕੀ ਭਾਸ਼ਾਵਾਂ ਨੇ ਜਿਹੜੀਆਂ ਉਹ ਰੁਜ਼ਗਾਰਹੀਣ ਹੋ ਗਈਆਂ ਨੇ। ਇਹ ਟੋਟਲੀ ਗਲਤ ਆ। ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹਾਂ ਕਿਉਂਕਿ ਲਗਾਤਾਰ ਇਸ 'ਤੇ ਡਿਬੇਟ ਕੀਤੀ ਆ ਕਿ ਭਾਸ਼ਾ ਦਾ ਮਸਲਾ ਵਿਅਕਤੀ ਦਾ ਮਸਲਾ ਨਹੀਂ, ਕਿਸੇ ਦਾ ਮਸਲਾ ਨਹੀਂ। ਭਾਸ਼ਾ ਦਾ ਮਸਲਾ ਬਿਲਕੁਲ ਦਵੀ ਜੀ ਰਾਜਨੀਤਿਕ ਮਸਲਾ ਹੈ ਜੀ। ਜਦੋਂ ਤੱਕ ਰਾਜਨੀਤੀ ਭਾਸ਼ਾ ਨੂੰ ਅਪਣਾ ਕੇ ਨਹੀਂ ਕਰੇਗੀ ਉਦੋਂ ਆਪਣੀਆਂ ਵਿਅਕਤੀਗਤ ਕੋਸ਼ਿਸ਼ਾਂ ਨੇ ਜਿਹੜੀਆਂ ਇਹ ਸੁਹਿਰਦ ਹੋ ਸਕਦੀਆਂ ਨੇ,
ਬਹੁਤ ਭਾਵਨਾਮਈ ਹੋ ਸਕਦੀਆਂ ਨੇ, ਲੇਕਿਨ ਇਹ ਬਹੁਤੀਆਂ ਸਾਰਥਕ ਇਸ ਕਰਕੇ ਨਹੀਂ ਹੋਣਗੀਆਂ ਕਿਉਂਕਿ ਰਾਜਨੀਤਿਕ ਤੌਰ ਤੇ ਹੀ ਇਸ ਗੱਲ ਦਾ ਜਿਹੜਾ ਸੋਲੂਸ਼ਨ ਆ ਉਹ ਨਿਕਲੇਗਾ। ਤੁਸੀਂ ਦੇਖੋਗੇ ਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ 'ਚ ਅੰਗਰੇਜ਼ੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ, ਬਿਲਕੁਲ ਉਹਦੇ 'ਚ ਟੈਕਨੀਕਲ ਕੋਰਸਿਸ ਨੂੰ ਦਿੱਤੀ ਜਾ ਰਹੀ ਹੈ। ਪਰ ਦਿਖਾਵਾ ਇਹ ਕੀਤਾ ਜਾ ਰਿਹਾ ਹੈ ਕਿ ਮਾਂ ਬੋਲੀ ਵਿੱਚ ਭਾਸ਼ਾ ਹੋਏਗੀ ਸ਼ੁਰੂਆਤੀ ਪੜ੍ਹਾਈ, ਤੇ ਦਿਖਾਵਾ ਕੀਤਾ ਜਾ ਰਿਹਾ ਜਦੋਂ ਕਿ ਅਸਲ ਅੰਦਰੂਨੀ ਗੱਲ ਇਹ ਹੈ। ਬਿਲਕੁਲ 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 ਦੇਖੋ ਉਹਨਾਂ ਨੇ, ਤੁਸੀਂ ਐਜੂਕੇਸ਼ਨ ਪਾਲਿਸੀ ਨੂੰ ਚੰਗੀ ਤਰ੍ਹਾਂ ਜਦੋਂ ਪੜ੍ਹੋਗੇ ਤੁਹਾਨੂੰ ਬਹੁਤ ਸਪਸ਼ਟ ਹੋ ਜਾਏਗਾ ਕਿ ਜਿਹੜੀ ਸਾਡੀ ਬੇਸਿਕ ਐਜੂਕੇਸ਼ਨ ਆ ਉਹ ਤਾਂ ਕਹਿ ਦਿੱਤੀ ਵੀ ਤੁਸੀਂ ਆਪਣੀ ਮਦਰ ਟੰਗ ਦੇ ਵਿੱਚ ਕਰੋ, ਹੋਮ ਲੈਂਗੁਏਜ ਦੇ ਵਿੱਚ ਕਰੋ। ਹਾਇਰ ਐਜੂਕੇਸ਼ਨ ਜਾ ਕੇ ਬਦਲ, ਜਦੋਂ ਹਾਇਰ ਐਜੂਕੇਸ਼ਨ ਬਦਲੇਗੀ, ਰੁਜ਼ਗਾਰ ਹਾਇਰ ਐਜੂਕੇਸ਼ਨ ਨਾਲ ਜੁੜ ਕੇ ਹੈਗਾ, 10ਵੀਂ ਪੜ੍ਹ ਤੱਕ ਨਹੀਂ ਹੋਏਗਾ। 10ਵੀਂ ਤੱਕ ਬਿਲਕੁਲ ਨਹੀਂ ਹੈ। ਦੂਜੀ ਗੱਲ ਇਹ ਆ ਕਿ ਜਿਸ ਢੰਗ ਦੇ ਨਾਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਮਲਟੀਟਾਸਕਿੰਗ ਵਰਕਰ ਨੂੰ ਉਹਨਾਂ ਨੇ ਆਇਡੈਂਟੀਫਾਈ ਕੀਤਾ, ਉਹ ਮਲਟੀਟਾਸਕ ਵਰਕਰ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਅੰਗਰੇਜ਼ੀ ਨੂੰ ਜੋੜਨ ਦਾ ਯਤਨ ਕੀਤਾ ਜਾ ਰਿਹਾ, ਜਦੋਂ ਕਿ ਦੁਨੀਆ ਦੇ ਸਾਰੇ ਮਨੋਵਿਗਿਆਨੀ, ਦੁਨੀਆ ਦੇ ਭਾਸ਼ਾ ਵਿਗਿਆਨੀ, ਦੁਨੀਆ ਦੇ ਸਮਾਜ ਸ਼ਾਸਤਰੀ ਇਹ ਕਹਿੰਦੇ ਆ ਕਿ ਐਜੂਕੇਸ਼ਨ ਆ ਜਿਹੜੀ ਇਹ ਸਿਰਫ ਰੁਜ਼ਗਾਰ ਦੇ ਲਈ ਨਹੀਂ ਹੁੰਦੀ, ਐਜੂਕੇਸ਼ਨ ਨੇ ਇੱਕ ਵਿਅਕਤੀਤਵ ਦੀ ਉਸਾਰੀ ਵੀ ਕਰਨੀ। ਬਿਲਕੁਲ, ਕੀ ਅਸੀਂ ਪਲੰਬਰ ਪੈਦਾ ਕਰਨੇ ਆ, ਕੀ ਅਸੀਂ ਇੰਜੀਨੀਅਰ ਪੈਦਾ ਕਰਨੇ ਆ, ਕੀ ਅਸੀਂ ਡਾਕਟਰ ਪੈਦਾ ਕਰਨੇ ਆ, ਕੀ ਅਸੀਂ ਡਾਕਟਰ ਇੰਜੀਨੀਅਰ ਦੇ ਨਾਲ ਨਾਲ ਉਹਨਾਂ ਨੂੰ ਇੱਕ ਚੰਗੇ ਮਨੁੱਖ ਨਹੀਂ ਪੈਦਾ ਕਰਨਾ। ਮਨੁੱਖ ਬਿਲਕੁਲ ਚੰਗਾ ਮਨੁੱਖ ਦਵੀ ਜੀ ਉਦੋਂ ਹੀ ਪੈਦਾ ਹੋਏਗਾ ਜਦੋਂ ਭਾਸ਼ਾ ਤੇ ਕਲਚਰ ਦੇ ਵਿੱਚੋਂ ਹੋ ਕੇ ਲੰਘੇਗਾ, ਉਸ ਤੋਂ ਬਿਨਾਂ ਨਹੀਂ ਹੋਵੇਗਾ। ਕਿਉਂਕਿ ਮੇਰਾ ਖਿਆਲ ਹੈ ਇਹਦੇ ਨਾਲ ਕਿਸੇ ਭਾਸ਼ਾ ਦੇ ਮਰਨ ਨਾਲ ਜਾਂ ਕਮਜ਼ੋਰ ਪੈਣ ਨਾਲ ਉਸ ਭਾਸ਼ਾ ਦੀਆਂ ਕੁਝ ਸਕਿੱਲਸ ਨੇ, ਹੁਨਰ ਨੇ, ਉਸ ਭਾਸ਼ਾ ਵਿੱਚ ਜਾਂ ਉਸ ਖਿੱਤੇ ਦੇ ਖਾਸ ਹੁਨਰ ਉਹ ਵੀ ਮਰ ਜਾਂਦੇ ਨੇ, ਤੇ ਇਹ ਆਪਣੇ ਆਪ 'ਚ ਮਨੁੱਖ ਨੂੰ ਰੋਬੋਟ ਬਣਾਉਣ ਵਾਲੀ ਗੱਲ ਹੈ। ਤੇ ਭਾਸ਼ਾ ਦੀ ਗੱਲ ਕਰਦੇ ਹਾਂ, ਇਹ ਕੇਂਦਰੀ ਲੇਖਕ ਸਭਾ ਵੱਲੋਂ, ਜਿਹੜਾ ਪ੍ਰੋਗਰੈਸਿਵ ਲੇਖਕ ਸੰਘ ਵੱਲੋਂ ਤੁਸੀਂ ਪੰਜਾਬੀ ਭਾਸ਼ਾ ਦੇ ਜ਼ੁਬਾਨ ਦੇ ਹੱਕ ਵਿੱਚ ਧਰਨੇ ਵੀ ਲਾਉਂਦੇ ਰਹੇ ਹੋ, ਤੇ ਕੀ ਤੁਸੀਂ ਮੰਨਦੇ ਹੋ, ਇੱਕ ਤਾਂ ਮੈਂ ਇਹ ਪੁੱਛਣਾ ਚਾਹਾਂਗੀ ਕਿ ਕੀ ਹੁਣ ਵੀ ਉਹ ਜਾਰੀ ਰੱਖੋਗੇ ਉਹ ਸਿਲਸਿਲੇ, ਤੇ ਦੂਸਰਾ ਇਹ ਕਿ ਕੀ ਅਸੀਂ ਸੱਚਮੁੱਚ ਸੁਹਿਰਦਾਂ ਆਪਣੀ ਜ਼ੁਬਾਨ ਲਈ, ਆਪਣੀ ਭਾਸ਼ਾ ਲਈ? ਧਰਨੇ ਤਾਂ ਲੱਗ ਜਾਂਦੇ ਨੇ, ਕੀ ਇਹ ਵੀ ਇੱਕ ਦਿਖਾਵਾ ਜਾਂ ਸਿਆਸਤ ਨਹੀਂ ਹੋ ਨਿਬੜਦਾ ਬਹੁਤੀ ਵਾਰੀ? ਨਹੀਂ, ਮੈਨੂੰ ਇਹ ਲੱਗਦਾ ਕਿ ਇਹ ਉਦੋਂ ਦਿਖਾਵਾ ਤੇ ਸਿਆਸਤ ਹੋ ਜਾਂਦਾ ਕਿਉਂਕਿ ਮੈਂ ਆਪਣੇ ਤਜਰਬੇ 'ਚੋਂ ਗੱਲ ਦੱਸ ਰਿਹਾ। ਪੰਜਾਬ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਹੋਵੇ, ਧਰਨਾ ਮਾਰਿਆ ਹੋਵੇ, ਫਿਰ ਉੱਥੇ ਕਾਂਗਰਸ ਆ ਜਾਂਦੀ ਆ, ਤੇ ਜੇ ਕਾਂਗਰਸ ਦੀ ਸਰਕਾਰ ਅਕਾਲੀ ਦਲ ਆਜੂ, ਜੇ ਅਕਾਲੀ ਦਲ ਦੀ ਸਰਕਾਰ ਕਾਂਗਰਸ ਆਜੂ, ਪਰ ਜਦੋਂ ਆਪ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਭਾਸ਼ਾ ਲਈ ਕੁਝ ਨਹੀਂ ਕਰਦੇ। ਇਹ ਦਿਖਾਵਾ ਉਹ ਜ਼ਰੂਰ ਕਰਦੇ ਆ। ਪਰ ਮੈਂ ਇੱਕ ਗੱਲ ਜ਼ਰੂਰ ਬਹੁਤ ਜ਼ੋਰ ਦੇ ਕੇ ਕਹਿਣੀ ਚਾਹੁੰਦਾ, ਤੁਹਾਨੂੰ ਵੀ ਪਤਾ ਕਿ ਲੇਖਕਾਂ ਤੇ ਪੱਤਰਕਾਰਾਂ ਨੇ ਹੀ ਪੰਜਾਬੀ ਭਾਸ਼ਾ ਲਈ ਲੜਾਈ ਲੜੀ ਆ। ਚੰਡੀਗੜ੍ਹ 'ਚ ਲੜਦੇ ਆ, ਬਾਹਰ ਲੜਦੇ ਆ, ਧਰਨੇ ਹੋਣ, ਮੁਜ਼ਾਹਰੇ ਹੋਣ, ਗ੍ਰਿਫਤਾਰੀਆਂ ਤੱਕ ਹੋਣ, ਭੁੱਖ ਹੜਤਾਲਾਂ ਹੋਣ, ਲੇਖਕਾਂ ਨੇ ਹੀ ਇਹ ਲੜਾਈ ਲੜੀ ਆ। ਪਰ ਮੇਰਾ ਆਪਣਾ ਇਹ ਵਿਸ਼ਵਾਸ ਆ ਕਿ ਪੰਜਾਬੀ ਭਾਸ਼ਾ ਦਾ ਰਾਜਨੀਤਿਕ ਮਸਲਾ ਇੱਕ, ਦੂਜਾ ਪੰਜਾਬੀ ਭਾਸ਼ਾ ਉਦੋਂ ਰੁਜ਼ਗਾਰ ਦੀ ਭਾਸ਼ਾ ਤੇ ਉਦੋਂ ਸਾਡੇ ਪ੍ਰਸ਼ਾਸਨ ਦੀ ਭਾਸ਼ਾ ਬਣੇਗੀ ਜਦੋਂ ਪੰਜਾਬ ਦੇ ਲੋਕ ਇਹ ਸਮਝ ਜਾਣਗੇ ਕਿ ਸਾਡਾ ਵਿਕਾਸ ਤੇ ਸਾਡੀ ਐਜੂਕੇਸ਼ਨ ਪੰਜਾਬੀ ਭਾਸ਼ਾ ਦੇ ਰਸਤਿਓਂ ਹੋ ਕੇ ਲੰਘੇਗੀ। ਜਦੋਂ ਪੰਜਾਬ ਦੇ ਲੋਕ ਇਹ ਸਵਾਲ ਖੜਾ ਕਰਨਗੇ ਕਿ ਸਾਡੀ ਜ਼ੁਬਾਨ ਰਾਹੀਂ ਸਾਨੂੰ ਸਿੱਖਿਆ ਦਿੱਤੀ ਜਾਵੇ, ਸਾਡੀ ਜ਼ੁਬਾਨ ਰਾਹੀਂ ਸਾਨੂੰ ਸਾਰਾ ਕੁਝ ਮਿਲੇ, ਇਸ ਰਾਹੀਂ ਰੁਜ਼ਗਾਰ ਮਿਲੇ, ਤਾਂ ਪੰਜਾਬੀ ਭਾਸ਼ਾ ਵਿਕਾਸ ਕਰੇਗੀ। ਦਿਖਾਵੇ ਵਾਲੀ ਗੱਲ ਰਾਜਨੀਤੀ 'ਚ ਤਾਂ ਹੈ, ਤੇ ਪਰ ਮੈਂ ਸਮਝਦਾ ਕਿ ਲੇਖਕਾਂ, ਕਲਮਕਾਰਾਂ, ਕਲਾਕਾਰਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੇ ਬਹੁਤ ਦਿਆਨਤਦਾਰੀ ਨਾਲ ਇਹ ਲੜਾਈ ਲੜੀ ਜੀ। ਤੇ ਕੋਈ ਖੋਜ ਕਾਰਜਾਂ ਵਿੱਚ ਕੋਈ ਤਬਦੀਲੀ ਲਿਆਉਣ ਦਾ ਤੁਹਾਡਾ ਵਿਚਾਰ ਹੈ ਕਿ ਹੋਰ ਲੋਕਾਂ ਦੇ ਨਾਲ ਹੋਰ ਰਾਬਤਾ ਹੋਵੇ, ਜਾਂ ਵਿਦਿਆਰਥੀਆਂ ਦੀ ਗਿਣਤੀ ਤੁਹਾਡੇ ਮੁਤਾਬਕ ਕਿੰਨੀ ਕੁ ਘੱਟ ਜਾਂ ਵੱਧ ਰਹੀ ਹੈ ਪੰਜਾਬੀ ਜਾਣਨ ਵਾਲਿਆਂ ਦੀ? ਸਾਡੇ ਕੋਲ 40 ਤੋਂ ਵੱਧ ਰਿਸਰਚ ਸਕਾਲਰ ਆ, JRF ਨੇ ਜੀ, ਤੇ ਸਾਡੇ ਕੋਲੇ MPhil ਆ, ਗੁਰੂ ਗ੍ਰੰਥ ਸਾਹਿਬ ਆ, ਪੰਜਾਬੀ ਦੀ MPhil ਆ, ਸਾਡੇ ਕੋਲੇ MA ਨੇ, ਸਾਡੇ ਕੋਲੇ ਡਿਪਲੋਮਾ ਇਨ ਟਰਾਂਸਲੇਸ਼ਨ ਆ। ਸਾਡੇ ਕੋਲੇ ਮੈਡਮ ਦਿੱਕਤ ਤਾਂ ਨਹੀਂ ਆਉਂਦੀ ਕਿਉਂਕਿ ਯੂਨੀਵਰਸਿਟੀ ਆ, ਤੇ ਪੰਜਾਬ ਦੇ ਵਿੱਚੋਂ ਲੋਕ ਇਸ ਯੂਨੀਵਰਸਿਟੀ ਪੜ੍ਹਨਾ ਹੀ ਚਾਹੁੰਦੇ, ਆਉਣਾ ਚਾਹੁੰਦੇ ਆ, ਪੜ੍ਹਨਾ ਚਾਹੁੰਦੇ ਆ। ਇਸ ਕਰਕੇ ਸਾਨੂੰ ਉਹ ਦਿੱਕਤ ਨਹੀਂ ਆ ਰਹੀ। ਦਿੱਕਤ ਕਿੱਥੇ ਆ ਰਹੀ ਆ? ਦਿੱਕਤ ਆ ਰਹੀ ਆ ਉਹਨਾਂ ਥਾਵਾਂ 'ਤੇ ਜਿਹੜੇ ਸਰਕਾਰ ਨੇ ਪਿਛਲੇ ਦੌਰ ਦੇ ਵਿੱਚ ਪ੍ਰਾਈਵੇਟ ਇੰਸਟੀਚਿਊਸ਼ਨ ਵੱਧ ਬਣਾ ਕੇ ਉਹਨਾਂ ਨੂੰ ਆਟੋਨਮਸ ਬਣਾ ਦਿੱਤਾ। ਉੱਥੇ ਸਭ ਨਾਲੋਂ ਵੱਧ ਦਿੱਕਤ ਇਹ ਆ ਰਹੀ ਆ ਕਿ ਜਿਹੜੇ ਉੱਥੇ ਅਧਿਆਪਕ ਨੇ ਉਹ 10-10, 15-15 ਹਜ਼ਾਰ 'ਤੇ ਨੇ। ਉਹਨਾਂ ਨੂੰ ਦੇਖ ਕੇ ਵਿਦਿਆਰਥੀ ਪੜ੍ਹਨਾ ਹੀ ਨਹੀਂ ਆਉਂਦੇ ਵੀ ਜਿਹੜਾ ਸਾਡਾ ਟੀਚਰ ਅੱਜ 10-15 ਹਜ਼ਾਰ 'ਤੇ ਆ,
ਪੜ੍ਹਾ ਰਿਹਾ, ਜਿਹਦਾ ਆਪਦਾ ਗੁਜ਼ਾਰਾ ਨਹੀਂ ਚੱਲ ਰਿਹਾ, ਕੱਲ੍ਹ ਨੂੰ ਇਹ ਪੰਜਾਬੀ ਸਾਨੂੰ ਕੀ ਦੇਗੇ? ਉਹ ਬਿਲਕੁਲ। ਪ੍ਰਾਈਵੇਟਾਈਜੇਸ਼ਨ ਨੇ ਇੱਕ ਲੋਕਾਂ ਦੇ ਵਿੱਚ ਨੈਗੇਟਿਵਿਟੀ ਪੈਦਾ ਕਰ ਦਿੱਤੀ ਹੈ। ਜੀ ਸੋ ਇੱਕ ਤਾਂ ਜਦ ਤੱਕ ਦੋ ਚੀਜ਼ਾਂ ਦੇ ਉੱਤੇ ਮੈਂ ਜ਼ੋਰ ਦਿੰਦਾ, ਲੜਦੇ ਵੀ ਹਾਂ ਆਪਾਂ, ਡਿਬੇਟ 'ਚ ਵੀ ਅਕਸਰ ਗੱਲ ਕਰਦਾ ਕਿ ਐਜੂਕੇਸ਼ਨ ਅਤੇ ਮੈਡੀਕਲ ਤਾਂ ਪਬਲਿਕ ਸੈਕਟਰ ਦੇ ਹੋਣੇ ਚਾਹੀਦੇ ਆ, ਇਹਦੇ 'ਚ ਬਿਲਕੁਲ ਪ੍ਰਾਈਵੇਟਾਈਜੇਸ਼ਨ ਨਹੀਂ ਹੋਣੀ ਚਾਹੀਦੀ ਜੀ ਔਰ ਇਹ ਹਰ ਬੰਦੇ ਦੀ ਪਹੁੰਚ 'ਚ ਹੋਣੇ ਚਾਹੀਦੇ ਆ। ਹਰ ਬੰਦਾ ਐਜੂਕੇਟ ਹੋਣਾ ਚਾਹੀਦਾ, ਹਰ ਬੰਦਾ ਤੰਦਰੁਸਤ ਹੋਣਾ ਚਾਹੀਦਾ। ਐਜੂਕੇਟ ਉਦੋਂ ਹੋਊਗਾ ਜਦੋਂ ਪਬਲਿਕ ਸੈਕਟਰ ਦੀ ਐਜੂਕੇਸ਼ਨ ਹੋਏਗੀ, ਤੰਦਰੁਸਤ ਉਦੋਂ ਬੰਦਾ ਹੋਏਗਾ ਜਦੋਂ ਹੈਲਥ ਸਿਸਟਮ ਆ ਜਿਹੜਾ ਸਾਡਾ ਉਹ ਪਬਲਿਕ ਸੈਕਟਰ ਦਾ ਹੋਏਗਾ। ਬਾਕੀ ਕਰੋਨਾ ਨੇ ਸਾਰੀ ਦੁਨੀਆ ਦਾ ਹੀ ਹੀਜ ਪਿਆਜ਼ ਨੰਗਾ ਕਰ ਦਿੱਤਾ ਜੀ ਵੀ ਤੁਸੀਂ ਐਡੀਆਂ ਵੱਡੀਆਂ ਸੰਸਥਾਵਾਂ ਬਣਾ ਲਈਆਂ, ਆਹ ਕਰ ਲਿਆ। ਤੁਸੀਂ ਤਾਂ ਨਿੱਤ ਇਹ ਗੱਲਾਂ ਕਰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਹੈਲਥ ਸਿਸਟਮ ਆ, ਕਿਵੇਂ ਪ੍ਰਾਈਵੇਟ ਹੈਲਥ ਸਿਸਟਮ ਨੇ ਲੋਕਾਂ ਦਾ ਨਾਸ ਕੀਤਾ ਹੈ। ਹੈ। ਅੱਛਾ, ਚਲਦੇ ਇੱਕ ਆਖਰੀ ਸਵਾਲ ਹੈ ਤੁਹਾਡੇ ਤੋਂ, ਸੁਨੇਹਾ ਵੀ ਲਵਾਂਗੇ ਸਾਰਿਆਂ ਨੂੰ ਪੰਜਾਬੀ ਲਈ ਕੀ ਕਹਿਣਾ ਚਾਹੁੰਦੇ ਹੋ, ਸਾਰੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ, ਪਰ ਉਸ ਤੋਂ ਪਹਿਲਾਂ ਇਹ ਹੈ ਕਿ ਜਿਸ ਤਰ੍ਹਾਂ ਦੇ ਗੀਤ ਰਚੇ ਜਾ ਰਹੇ ਨੇ, ਜਿਸ ਤਰ੍ਹਾਂ ਉਹ ਵੀ ਇੱਕ ਸਾਹਿਤ ਦੀ ਫਾਰਮ ਨੇ, ਰੂਪ ਨੇ, ਸਾਡੇ ਜਿਹੜੇ ਔਰਤਾਂ ਦੇ ਰਚੇ ਹੋਏ ਗੀਤ ਸਨ, ਟ੍ਰੈਡੀਸ਼ਨਲ ਫੋਕ ਸੌਂਗਸ ਹੈ ਨਾ, ਔਰਤਾਂ ਕਮਾਲ ਦੇ ਗੀਤ ਦਲਾਨਾਂ 'ਚ ਬੈਠੀਆਂ ਕੰਮ ਕਰਦੀਆਂ ਰਚਦੀਆਂ ਸਨ, ਖੂਬਸੂਰਤ ਭਾਸ਼ਾ ਵਾਲੇ। ਤੇ ਹੁਣ ਜੋ ਗੀਤ ਜਾਂ ਗਾਇਕੀ ਜੋ ਚੱਲ ਰਹੀ ਹੈ ਉਹਦੇ ਵਿੱਚ ਬੜਾ ਕੁਝ ਚੰਗਾ ਹੈ, ਬੜਾ ਕੁਝ ਮਾੜਾ ਵੀ ਹੈ, ਜਿਵੇਂ ਜਿਹੋ ਜਿਹਾ ਕੁਝ ਸੁਸਾਇਟੀ ਵਿੱਚ ਹੋ ਰਿਹਾ। ਤੇ ਇਸੇ ਤਰ੍ਹਾਂ ਫਿਲਮਾਂ, ਭਾਵੇਂ ਉਹ ਹਾਲੀਵੁੱਡ ਦੀਆਂ ਫਿਲਮਾਂ ਨੇ, ਭਾਵੇਂ ਬਾਲੀਵੁੱਡ ਦੀਆਂ ਨੇ, ਭਾਵੇਂ ਪੰਜਾਬ ਦੀਆਂ ਨੇ, ਉਹਨਾਂ 'ਚ ਪੰਜਾਬੀ ਕਰੈਕਟਰ ਜ਼ਰੂਰ ਨੇ ਬਹੁਤੀਆਂ 'ਚ। ਬਾਲੀਵੁੱਡ 'ਚ ਵੀ ਪੰਜਾਬੀ ਜ਼ਰੂਰੀ ਹੋ ਗਈ ਹੈ, ਸਾਡੇ ਵੈਬ ਸੀਰੀਜ਼ ਬਣ ਰਹੀਆਂ ਨੇ। ਉਹਨਾਂ ਦੀ ਜਿਹੜੀ ਪੰਜਾਬੀ ਜਾਂ ਗਾਇਕੀ ਦਾ ਜਿਹੜਾ ਪੱਧਰ ਡਿੱਗ ਰਿਹਾ ਜਾਂ ਉੱਚਾ ਹੋ ਰਿਹਾ, ਇਹਦੇ ਬਾਰੇ ਤੁਸੀਂ ਕੀ ਆਖੋਗੇ? ਇਹਦੇ ਬਾਰੇ ਮੈਡਮ ਦਵੀ ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ 1990 ਤੋਂ ਬਾਅਦ ਜਦੋਂ ਅਸੀਂ ਉਦਾਰਵਾਦੀ ਪਾਲਿਸੀਆਂ ਲੈ ਜਾਂਦੀਆਂ ਤਾਂ ਸਾਡਾ ਸਾਰਾ ਸਮਾਜ ਤੇ ਸਾਰੀਆਂ ਚੀਜ਼ਾਂ ਮੰਡੀ ਕੇਂਦਰਿਤ ਹੋਣ ਲੱਗ। ਜੀ ਬਿਲਕੁਲ। ਹੁਣ ਤੁਸੀਂ ਜਿਹੜਾ ਸਵਾਲ ਗਾਇਕੀ ਬਾਰੇ ਕੀਤਾ, ਹੁਣ ਨਿੱਤ ਰੌਲਾ ਪੈਂਦਾ ਬੰਦੂਕਾਂ ਵਾਲਾ ਜੀ, ਫਲਾਨੇ ਗਾਇਕਾਂ ਵਾਲਾ, ਤੇ ਕੁੜੀਆਂ ਨੂੰ ਕਿਵੇਂ ਪੇਸ਼ ਕੀਤਾ ਜਾਂਦਾ, ਇਹ ਸਾਰਾ ਮੰਡੀ ਤੇ ਆ। ਕਿਉਂਕਿ ਮੰਡੀ ਦੇ ਵਿੱਚ ਸਫਲ ਉਹ ਚੀਜ਼ ਮੰਨੀ ਜਾਂਦੀ ਹੈ ਜਿਹੜੀ ਵੱਧ ਪੈਸਾ ਕਮਾ ਕੇ ਦਿੰਦੀ ਆ। ਇਹਦੇ 'ਚ ਕਲਾ ਦਾ ਮਸਲਾ, ਦੂਜੀਆਂ ਚੀਜ਼ਾਂ, ਬਾਕੀ ਚੀਜ਼ਾਂ ਦਾ ਕੋਈ ਨਹੀਂ। ਕਿਉਂਕਿ ਹੁਣ ਜਿਸ ਕਿਸਮ ਨਾਲ ਮਿਊਜ਼ਿਕ ਇੰਡਸਟਰੀ ਆ, ਕੱਲੀ ਚੀਜ਼ ਨੂੰ ਜੋੜ ਕੇ ਤੁਸੀਂ ਅਸੈਂਬਲ ਕਰਕੇ ਕਿਤੇ ਕਰ ਦਿਓ, ਕਿਸੇ ਦੀ ਆਵਾਜ਼ ਨੂੰ ਕੁਝ ਵੀ ਬਣਾ ਦਿਓ। ਸੋ ਉਹਦਾ ਇੱਕ ਟੈਕਨੀਕਲ ਮਸਲਾ। ਜਿਵੇਂ ਜੋ ਕੁਝ ਪੇਸ਼ ਕੀਤਾ ਜਾ ਰਿਹਾ, ਇਹ ਮੰਡੀ ਦੇ ਕਰਕੇ ਪੱਧਰ ਦਾ ਡਿੱਗਣਾ ਜਿਹੜਾ ਉਹ ਸੁਭਾਵਿਕ ਆ। ਔਰ ਬਹੁਤ ਮਾੜਾ ਰੁਝਾਨ ਆ। ਜਿਹੜੇ ਤੁਸੀਂ ਹਿੰਦੀ ਫਿਲਮਾਂ ਦੀ ਗੱਲ ਕੀਤੀ ਹੈ, ਬਾਲੀਵੁੱਡ ਦੇ ਵਿੱਚ ਪੰਜਾਬੀ ਇਸ ਲਈ ਥੋੜ੍ਹੀ ਵਰਤੀ ਜਾ ਰਹੀ ਹੈ ਕਿ ਉਹ ਪੰਜਾਬੀ ਦਾ ਵਿਕਾਸ ਕਰਨਾ ਚਾਹੁੰਦੇ ਆ, ਪੰਜਾਬੀ ਪ੍ਰਤੀ ਸਿਹਰਦ ਨੇ ਜਾਂ ਪੰਜਾਬੀ ਪ੍ਰਤੀ ਲਗਾਓ ਆ, ਬਿਲਕੁਲ ਨਹੀਂ। ਇਸ ਕਰਕੇ ਆ ਕਿ ਪੰਜਾਬੀ ਲੋਕ ਆ ਜਿਹੜੇ ਉਹ ਫਿਲਮ ਦੇ ਮੰਡੀ ਦਾ ਹਿੱਸਾ ਬਣ ਸਕਣ ਜੀ। ਇਸ ਕਰਕੇ ਉਹ ਪੰਜਾਬੀ ਬੋਲਣ ਵਾਲੀ ਗੱਲ ਹੋਵੇ, ਪੰਜਾਬੀ ਗਾਣਿਆਂ ਦੀ ਗੱਲ ਹੋਵੇ, ਹੋਰ ਹੋਵੇ, ਕਿ ਇਹਨੂੰ ਸਮਝ ਲੱਗਦਾ ਕਿ ਨਹੀਂ ਲੱਗਦਾ। ਮੈਂ ਤੁਹਾਡੀ ਗੱਲ ਦੇ ਵਿੱਚ, ਮੈਂ ਇੱਕ ਵਾਰ ਮਦਰਾਸ ਵੱਲ ਜਾਣ ਦਾ ਮੌਕਾ ਮਿਲਿਆ, ਕੋਈ ਵਿਆਹ ਸੀ ਉੱਥੇ। ਤੁਸੀਂ ਹੈਰਾਨ ਮੰਨੋਗੇ ਵੀ ਮਦਰਾਸ ਦੇ ਵਿੱਚ, ਜਿੱਥੇ ਉਹਨਾਂ ਦੀ ਆਪਣੀ ਭਾਸ਼ਾ, ਜਿਹੜੇ ਪੰਜਾਬੀ ਨੂੰ ਨਹੀਂ ਸਮਝਦੇ, ਤੇ ਉੱਥੇ ਲੋਕ ਨੱਚ ਰਹੇ ਸੀ, ਗੁਰਦਾਸ ਮਾਨ ਦਾ ਗਾਣਾ ਲੱਗਿਆ ਹੋਇਆ ਸੀ। ਕੀ ਬਾਤ ਹੈ। ਖੈਰ ਇਹੋ ਜਿਹੀ ਗੱਲ ਤੇ ਮਾਣ ਹੁੰਦਾ, ਪਰ ਪਰ ਗੁਰਦਾਸ ਮਾਨ ਦੇ ਗਾਣੇ ਤੇ ਨਹੀਂ ਸੀ ਨੱਚ ਰਹੇ, ਉਹ ਉਸ ਬੀਟ ਤੇ ਨੱਚ ਰਹੇ, ਬਸ ਉਹ ਧੁਨ ਕੁਝ ਹੀ ਆ, ਤੇ ਉਹ ਸਾਰਾ ਕੁਝ ਹੈ। ਇਸ ਕਰਕੇ ਇਹਨਾਂ ਬਾਰੇ ਮੇਰੀ ਕੋਈ ਰਾਏ ਬਹੁਤੀ ਚੰਗੀ ਨਹੀਂ ਹੈ, ਜਿਹੜੀ ਪਾਪੂਲਰ ਗਾਇਕੀ ਹੈ ਜੀ। ਤੇ ਹੁਣ ਜਾਂਦੇ ਅਖੀਰ 'ਚ ਵਿਦਿਆਰਥੀਆਂ ਨੂੰ ਤੇ ਪੰਜਾਬੀਆਂ ਨੂੰ, ਪੰਜਾਬੀ ਬੋਲਣ ਵਾਲਿਆਂ ਨੂੰ, ਪੰਜਾਬੀ ਨੂੰ ਪ੍ਰੇਮ ਕਰਨ ਵਾਲਿਆਂ ਲਈ ਕੀ ਆਖੋਗੇ? ਅਜੇ ਇਹ ਚਲੋ ਦਵੀ ਜੀ ਤੁਸੀਂ ਸਵਾਲ ਕਰ ਲਿਆ, ਮੇਰੀ ਐਡੀ ਸ਼ਖਸੀਅਤ ਤਾਂ ਨਹੀਂ ਹੈ ਕਿ ਮੈਂ ਇਸ ਤਰ੍ਹਾਂ ਦੇ ਸੁਨੇਹੇ ਦੇ ਆਪਣੇ ਆਪ ਨੂੰ ਲਾਇਕ ਸਮਝਾਂ। ਪਰ ਮੈਂ ਪੰਜਾਬੀਆਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਉਹ ਇਹ ਗੱਲ ਕਹਿਣੀ ਚਾਹੁੰਦਾ ਵੀ ਪੰਜਾਬੀ ਬੋਲਣ ਵਾਲਿਓ, ਪੰਜਾਬ ਦੀ ਧਰਤੀ 'ਤੇ ਜੰਮਣ ਵਾਲੇ ਲੋਕੋ, ਤੁਸੀਂ ਰੁਜ਼ਗਾਰ ਲਈ ਪੰਜਾਬ ਨੂੰ ਛੱਡ ਕੇ ਜਾ ਸਕਦੇ ਹੋ, ਪਰ ਪੰਜਾਬੀ ਬੋਲੀ ਨੂੰ ਛੱਡ ਕੇ ਜਾਣਾ ਤੁਹਾਡੇ ਲਈ ਸੰਭਵ ਨਹੀਂ ਹੈ। ਤੁਹਾਨੂੰ ਸੁੱਤਿਆਂ ਪਿਆਂ ਸੁਪਨਾ ਵੀ ਪੰਜਾਬੀ ਦਾ ਆਏਗਾ। ਇਸ ਕਰਕੇ ਜੇ ਜ਼ੁਬਾਨ ਬਚੇਗੀ, ਤੁਹਾਡੀ ਸੱਭਿਆਚਾਰਕ ਪਛਾਣ ਬਚੇਗੀ। ਜੇ ਜ਼ੁਬਾਨ ਵਿਕਸਿਤ ਹੋਵੇਗੀ, ਤੁਸੀਂ ਸੱਭਿਆਚਾਰਕ ਤੌਰ 'ਤੇ ਵਿਕਸਿਤ ਹੋਵੋਗੇ।
ਜਿੱਥੇ ਜਿੱਥੇ ਵੀ ਬੈਠੇ ਹੋ, ਜਿਸ ਜਿਸ ਵੀ ਰੂਪ 'ਚ ਬੈਠੇ ਹੋ, ਉਸ ਰੂਪ 'ਚ ਪੰਜਾਬੀ ਨੂੰ ਅਪਣਾਉਣ ਦੇ ਨਾਲ ਉਹਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦਾ ਹੰਭਲਾ ਮਾਰ ਸਕੋ, ਉਹ ਤੁਹਾਨੂੰ ਸਾਰਿਆਂ ਨੂੰ ਮਾਰਨਾ ਚਾਹੀਦਾ ਜੀ। ਸੋ ਪੰਜਾਬੀਓ ਜਿੱਥੇ ਵੀ ਬੈਠੇ ਹੋ ਦੁਨੀਆ ਵਿੱਚ, ਜ਼ੁਬਾਨ ਤੋਂ ਆਪਣੀ ਤੋਂ ਤੁਸੀਂ ਭੱਜ ਨਹੀਂ ਸਕਦੇ। ਤੁਸੀਂ ਆਪਣੀ ਥਾਂ, ਆਪਣਾ ਸ਼ਹਿਰ ਤੇ ਮੁਲਕ ਛੱਡ ਕੇ, ਪਿੰਡ ਛੱਡ ਕੇ ਜਾ ਸਕਦੇ ਹੋ, ਪਰ ਜ਼ੁਬਾਨ ਨਾਲ ਰਾਬਤਾ ਹਮੇਸ਼ਾ ਰਹਿ ਸਕਦਾ। ਉਹੋ ਹੀ ਕਿ ਤੁਹਾਨੂੰ ਸੁਪਨੇ ਵੀ ਪੰਜਾਬੀ ਦੇ ਹੀ ਆਉਣਗੇ। ਸ਼ਾਇਦ ਇਹ ਰਸੂਲ ਹਮਜ਼ਾ ਤੋਂ ਹੋਰਾਂ ਨੇ ਕਿਹਾ, ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਇਦੋਂ ਵੱਡਾ ਕੋਈ ਸਰਾਪ ਨਹੀਂ ਹੋ ਸਕਦਾ। ਡਾਕਟਰ ਸਰਬਜੀਤ ਸਿੰਘ ਜੀ, ਤੁਸੀਂ ਸਾਨੂੰ ਇੰਨਾ ਆਪਣਾ ਕੀਮਤੀ ਸਮਾਂ ਦਿੱਤਾ। ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਰਾਬਤਾ ਰੱਖਾਂਗੇ। ਤੇ ਅੱਜ ਦੀ ਗੱਲਬਾਤ ਲਈ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।